ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਚੱਲ ਰਹੀ ਹੈ ਜੀ ਅਹਿਮਦ ਸ਼ਾਹ ਅਬਦਾਲੀ ਅਤੇ ਸਿੰਘ ਸੂਰਮੇ। ਬਾਬਾ ਜੀ ਨੇ ਨਵਾਂ ਤਿਆਰ ਕੀਤਾ ਚਿੱਟਾ ਬਾਣਾ ਸਜਾਇਆ ਹੋਇਆ ਹੈ। ਜੰਗੀ ਕੇਸਰੀ ਦਮਾਲੇ ਵਿੱਚੋਂ ਨੀਲਾ ਫਰਰਾ ਲਗਾਤਾਰ ਝੂਲ ਰਿਹਾ ਹੈ। ਦਮਾਲੇ ਦੇ ਚੱਕਰ ਕੁਸਮੁਸ ਜਿਹੇ ਵਿੱਚ ਵੀ ਲਿਸ਼ਕਾ ਮਾਰ ਰਹੇ ਹਨ। ਚੱਕਰਾਂ ਵਿੱਚ ਗੱਡੀ ਕਿਰਪਾਨ ਜੰਗ ਵਿੱਚ ਜੂਝਣ ਲਈ ਉਤਾਵਲੀ ਹੋ ਰਹੀ ਹੈ। ਮਾਨੋ ਇਹੀ ਇਸ ਇਲਾਹੀ ਲਾੜੇ ਦੀ ਕਲਗੀ ਹੈ। ਖੱਬੇ ਹੱਥ ਬਰਚਾ ਤੇ ਸੱਜੇ ਹੱਥ ਸਰਬਲੋਹੀ ਮਾਲਾ ਹੈ। ਬਾਬਾ ਜੀ ਨੇ ਸਭ ਸਿੰਘਾਂ ਨੂੰ ਹੱਥ ਜੋੜ ਕੇ ਫਤਿਹ ਬੁਲਾਈ। ਬਰਛਾ ਤੇ ਮਾਲਾ ਨੇ ਵੀ ਮੁਸਕਰਾਉਂਦਿਆਂ ਇੱਕ ਦੂਜੇ ਨੂੰ ਗਲਵੱਕੜੀ ਪਾਈ। ਕੁਝ ਸਿੰਘਾਂ ਨੇ ਦਰਬਾਰ ਸਾਹਿਬ ਵਿੱਚੋਂ ਸਿਹਰਾ ਲਿਆ ਕੇ ਬਾਬਾ ਜੀ ਦੇ ਮੱਥੇ ਨੂੰ ਛੁਹਾਇਆ। ਬਾਬਾ ਜੀ ਨੇ ਕਿਰਪਾਨ ਮੋਢੇ ਤੇ ਰੱਖੀ ਤੇ ਅਕਾਲ ਬੁੰਗੇ ਤੇ ਖਲੋ ਕੇ ਅਰਦਾਸ ਕੀਤੀ। ਉਪਰੰਤ ਸਾਰਾ ਜਥਾ ਨਤਮਸਤਕ ਹੋਣ ਲਈ ਦਰਬਾਰ ਸਾਹਿਬ ਵੱਲ ਚੱਲਿਆ ਹੈ। ਲਾੜਾ ਅੱਗੇ ਅੱਗੇ ਹੈ, ਸਰਬਾਲੇ ਪਿੱਛੇ ਤੇ ਬਾਕੀ ਬਰਾਤ ਉਸ ਤੋਂ ਮਗਰ। ਨਿਸ਼ਾਨ ਨਗਾਰਿਆਂ ਸਮੇਤ ਇਹ ਜਥਾ ਪਹਿਲਾਂ ਮੀਰੀ ਪੀਰੀ ਦੇ ਨਿਸ਼ਾਨਾਂ ਕੋਲ ਆਇਆ। ਨਮਸਕਾਰ ਕਰਕੇ ਸਿਰ ਨਵਾਏ ਤੇ ਅਰਦਾਸ ਕੀਤੀ। ਭਾਈ ਗੁਰਬਖਸ਼ ਸਿੰਘ ਕੋਲ ਜੋ ਵੀ ਮਾਇਆ ਜਾਂ ਹੋਰ ਸੇਵਾ ਸੀ ਸਭ ਗਰੀਬਾਂ ਲਈ ਭੇਟ ਕਰ ਦਿੱਤੀ। ਦਰਸ਼ਨੀ ਡਿਉੜੀ ਤੇ ਸਭ ਨੇ ਬੀਰ ਆਸਣਾ ਵਿੱਚ ਸਿਰ ਨਿਵਾਇਆ। ਕੁਝ ਚਿਰ ਉੱਥੇ ਹੀ ਬੈਠ ਕੇ ਕੀਰਤਨ ਕੀਤਾ। ਫਿਰ ਦਰਬਾਰ ਸਾਹਿਬ ਵੱਲ ਚੱਲ ਪਏ। ਚਾਰੇ ਪ੍ਰਕਰਮਾ ਬਾਹਰੋਂ ਕਰਕੇ ਮੁੱਖ ਦਰਵਾਜ਼ੇ ਤੇ ਆ ਕੇ ਰੁਕ ਗਏ ਤੇ ਦਰਬਾਰ ਸਾਹਿਬ ਵੱਲ ਫੁੱਲਾਂ ਦੀ ਵਰਖਾ ਕੀਤੀ। ਦਰਬਾਰ ਸਾਹਿਬ ਦਾਖਲ ਹੋ ਕੇ ਇਸ ਸ਼ਹੀਦੀ ਜਥੇ ਨੇ ਅਰਦਾਸ ਕੀਤੀ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਸਿੱਖ ਸੇਵਕਾਂ ਦੀ ਸਿੱਖੀ ਕੇਸਾ ਸਵਾਸਾਂ ਨੰਗ ਨਿਭ ਜਾਏ। ਜੰਗ ਦੇ ਮੈਦਾਨ ਵਿੱਚ ਸਹਾਈ ਹੋਣਾ। ਸਤਿਗੁਰੂ ਜੀਓ ਤੇ ਦੁਸ਼ਮਣਾਂ ਦੇ ਸਿਰ ਭੰਨਣ ਦਾ ਬਲ ਬਖਸ਼ਿਸ਼ ਕਰਨਾ। ਇੱਧਰ ਥੋੜਾ ਚਾਨਣ ਹੁੰਦੇ ਹੀ ਅਫਗਾਨੀ ਫੌਜਾਂ ਨੇ ਵੀ ਤਿਆਰੀ ਆਰੰਭ ਦਿੱਤੀ ਹੈ। ਰਾਤ ਨੂੰ ਅਫਗਾਨਾਂ ਦੇ ਤੰਬੂਆਂ ਵਿੱਚ ਹੋਈ ਕੁਸਰ-ਮੁਸਰ ਤੋਂ ਬਾਅਦ ਅਬਦਾਲੀ ਹਰਗਿਜ਼ ਨਹੀਂ ਚਾਹੁੰਦਾ ਸੀ ਕਿ ਹਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਜਾਂ ਅਣਗਹਿਲੀ ਵਰਤੀ ਜਾਵੇ। ਸਾਰੇ ਗਿਲਜਿਆਂ ਨੇ ਸਰੀਰਾਂ ਤੇ ਸੰਜੋਆਂ ਚਾੜ ਲਈਆਂ ਹਨ। ਗੈਂਡਿਆਂ ਦੀ ਖੱਲ ਵਾਲੀਆਂ ਢਾਲਾਂ ਸਭ ਦੇ ਹੱਥਾਂ ਵਿੱਚ ਹਨ। ਲੰਬੀ ਨਾਲੀ ਵਾਲੀਆਂ ਬੰਦੂਕਾਂ, ਕਰਾਬੀਨਾਂ, ਤਲਵਾਰਾਂ, ਬਰਛਿਆਂ ਨਾਲ ਲੈਸ ਅਫਗਾਨੀ ਫੌਜ ਦਰਬਾਰ ਸਾਹਿਬ ਅੰਦਰ ਵੜਨ ਲਈ ਬਿਲਕੁਲ ਤਿਆਰ ਹੈ। ਸਿੰਘਾਂ ਕੋਲ ਜੋ ਵੀ ਹਥਿਆਰ ਹਨ ਉਹਨਾਂ ਮੱਥਿਆਂ ਨੂੰ ਛੁਹਾਏ। ਕਈ ਸਿੰਘਾਂ ਕੋਲ ਤਾਂ ਸੁੱਖਾ ਰਗੜਨ ਵਾਲੇ ਭਾਰੇ ਸਲੋਤਰ ਹੀ ਹਨ। ਕਈਆਂ ਕੋਲ ਖੰਜਰ ਤੇ ਕਟਾਰ। ਸਲੋਤਰਾਂ ਵਾਲੇ ਸਿੰਘ ਸਲੋਤਰਾਂ ਨੂੰ ਮੋਢਿਆਂ ਤੇ ਟਿਕਾਈ ਖਲੋਤੇ ਮਹਾਕਾਲ ਦਾ ਰੂਪ ਹੀ ਜਾਪ ਰਹੇ ਹਨ। ਬਾਹਰ ਰੌਲਾ ਇਹ ਚੱਲ ਰਿਹਾ ਕਿ ਕਿਹੜੀ ਟੁਕੜੀ ਨੂੰ ਪਹਿਲਾਂ ਅੰਦਰ ਭੇਜਿਆ ਜਾਏ। ਤੀਰ ਕਮਾਨਾਂ ਵਾਲੀ ਪੈਦਲ ਟੁਕੜੀ ਅੱਗੇ ਜਾਏ ਕਿ ਬੰਦੂਕਾਂ ਤਲਵਾਰਾਂ ਵਾਲੇ ਗਿਲਜੇ। ਇੱਕ ਜੱਕੋ ਤੱਕੀ ਜਿਹੀ ਫੌਜਦਾਰਾਂ ਤੇ ਟੁਕੜੀਆਂ ਵਿੱਚ ਚੱਲ ਰਹੀ ਹੈ। ਕੋਈ ਪਹਿਲਾਂ ਅੰਦਰ ਨਹੀਂ ਜਾਣਾ ਚਾਹੁੰਦਾ। ਰੌਲਾ ਅੰਦਰ ਸਿੰਘਾਂ ਵਿੱਚ ਵੀ ਪੈ ਗਿਆ ਹੈ, ਪਰ ਇਹ ਰੌਲਾ ਬਾਹਰ ਵਾਲੇ ਰੌਲੇ ਤੋਂ ਜਮਾਂ ਵਿਪਰੀਤ ਹੈ। ਸਿੰਘਾਂ ਵਿੱਚ ਰੌਲਾ ਇਸ ਗੱਲ ਦਾ ਪੈ ਗਿਆ ਹੈ ਕਿ ਪਹਿਲਾਂ ਕਿਸ ਨੇ ਸ਼ਹੀਦ ਹੋਣਾ ਹੈ। ਸਾਰੇ ਹੀ ਕਹਿ ਰਹੇ ਹਨ ਕਿ ਮੂਹਰੇ ਅਸੀਂ ਹੋਣਾ ਹੈ। ਸਲੋਤਰਾਂ ਵਾਲੇ ਭੱਜ ਅੱਗੇ ਆਉਂਦੇ ਹਨ। ਖਾਲਸਾ ਜੀ, ਸਾਡੇ ਸਲੋਤਰ ਸਿਰਫ ਦੇਗਾਂ ਤਿਆਰ ਕਰਨ ਲਈ ਹੀ ਨਹੀਂ ਹਨ। ਅੱਜ ਦੁਨੀਆ ਸਾਡੇ ਇਹਨਾਂ ਸਲੋਤਰਾਂ ਦਾ ਮੈਦਾਨੇ ਜੰਗ ਵਿੱਚ ਜ਼ੋਰ ਵੀ ਦੇਖੇਗੀ। ਰਗੜੇ ਪਾਉਣ ਵੇਲੇ ਸੁਨਹਿਰਿਆਂ ਤੋਂ ਸੁਣਦਾ ਸੰਗੀਤ ਜੇ ਅਸੀਂ ਅਫਗਾਨਾਂ ਦੀਆਂ ਖੋਪੜੀਆਂ ਵਿੱਚੋਂ ਪੈਦਾ ਨਾ ਕਰ ਸਕੇ ਤਾਂ ਸਾਨੂੰ ਸਿੰਘ ਕਿਹਨੇ ਕਹਿਣਾ ਹੈ। ਤੁਸੀਂ ਤਾਂ ਬਸ ਖੋਪੜੀਆਂ ਪਾਟਣ ਦੀ ਆਵਾਜ਼ ਸੁਣ ਕੇ ਜੈਕਾਰੇ ਗਜਾਇਓ ਤੇ ਸਾਡੇ ਹੌਸਲੇ ਵਧਾਇਓ। ਸੋ ਸਾਡੀ ਬੇਨਤੀ ਹੈ ਕਿ ਮੂਰਲੀ ਕਤਾਰ ਦੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਜਾਵੇ। ਪਰ ਅਸੀਂ ਭਾਈ ਗੁਰਬਖਸ਼ ਸਿੰਘ ਦੇ ਸਰਬਾਲੇ ਹਾਂ। ਸਾਡਾ ਪਹਿਲਾ ਹੱਕ ਬਣਦਾ ਹੈ ਕਤਾਰ ਵਿੱਚ। ਹਰ ਵਿਹਾਰ ਵਿੱਚ ਸਰਬਾਲਾ ਬਾਕੀ ਬਰਾਤ ਨਾਲੋਂ ਮੂਹਰੇ ਰੱਖਿਆ ਜਾਂਦਾ ਹੈ। ਫਿਰ ਇੱਥੇ ਅਸੀਂ ਪਿੱਛੇ ਕਿਉਂ ਰਹੀਏ? ਸਰਬਾਲੇ ਬਣੇ ਸਿੰਘ ਬੋਲੇ। ਭਾਈ ਸੂਰਮਿਓ, ਸਾਡੀ ਬੇਨਤੀ ਵੀ ਸੁਣ ਲਓ। ਜੇ ਕੁੜਮਾ ਨੇ ਕੋਈ ਕਸੂਤੀ ਬੋਲੀ ਮਾਰ ਕੇ ਬਰਾਤ ਬੰਨ੍ਹ ਦਿੱਤੀ ਤਾਂ ਉਹਦਾ ਤੋੜ ਸਾਡੇ ਜਿਹੇ ਬਜ਼ੁਰਗਾਂ ਕੋਲ ਹੀ ਹੋਏਗਾ। ਸਾਨੂੰ ਮੂਹਰੇ ਰੱਖੋ। ਉਮਰਾਂ ਦੇ ਸਿਆਣੇ ਕੁਝ ਸਿੰਘ ਬੋਲੇ। ਭਾਈ ਗੁਰਬਖਸ਼ ਸਿੰਘ ਨਾਲ ਖਲੋਤੇ ਕੁਝ ਘੋੜਸਵਾਰ ਵੀ ਘੋੜੇ ਕੁਝ ਅਗਾਂਹ ਲਿਜਾਣੇ ਚਾਹੁੰਦੇ ਸਨ, ਪਰ ਬਾਬਾ ਜੀ ਵੱਲ ਦੇ ਕੇ ਉਹ ਰੁਕ ਗਏ। ਬਾਬਾ ਜੀ ਅਕਾਲ ਬੁੰਗੇ ਤੇ ਕੀਰਤਨੀ ਸਿੰਘਾਂ ਕੋਲ ਬੈਠ ਗਏ ਤੇ ਉਹਨਾਂ ਨੂੰ ਘੋੜੀਆਂ ਸੁਣਾਉਣ ਦੀ ਬੇਨਤੀ ਕਰਨ ਲੱਗੇ। ਰਾਗੀ ਸਿੰਘਾਂ ਨੇ ਬਾਬਾ ਜੀ ਨੂੰ ਘੋੜੀਆਂ ਗਾ ਕੇ ਸੁਣਾਈਆਂ ਤਾਂ ਉਹਨਾਂ ਮੁੜ ਉਹ ਸੁਣਨ ਦੀ ਮੰਗ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘੋੜੀਆਂ ਦਾ ਗਾਇਨ ਅਕਾਲ ਬੁੰਗੇ ਤੇ ਲਗਾਤਾਰ ਹੋ ਰਿਹਾ ਹੈ। ਗਿਲਜਿਆਂ ਦੀਆਂ ਪਹਿਲੀਆਂ ਟੁਕੜੀਆਂ ਪ੍ਰਕਰਮਾਂ ਵਿੱਚ ਦਾਖਲ ਹੋਈਆਂ। ਸਿੰਘਾਂ ਨੇ ਭਗੌਤੀਆਂ ਸੂਤ ਲਈਆਂ। ਭਗੌਤੀ ਅਸਤੋਤਰ ਦਾ ਪਾਠ ਕਰਦਿਆਂ ਇੱਕ ਸਿੰਘ ਨੇ ਕਿਰਪਾਨ ਮਿਆਨੋਂ ਕੱਢੀ ਤੇ ਅਗਾਂਹ ਵਧਿਆ। ਕਿਰਪਾਨ ਵਾਲਾ ਸੱਜਾ ਹੱਥ ਉਸਨੇ ਜਿਉਂ ਹੀ ਘੁਮਾਇਆ ਤਾਂ ਉਸਦੇ ਗੁੱਟ ਬੱਧਾ ਸਰਵਾਲੇ ਵਾਲਾ ਗਾਨਾ ਇੰਜ ਲਹਿਰਾਇਆ ਜਿਵੇਂ ਕਿਰਪਾਨ ਦੇ ਪਿੱਛਾ ਕਰ ਰਿਹਾ ਹੋਵੇ। ਉਸਦੀ ਕਿਰਪਾਨ ਨੇ ਚੱਕਰ ਪੂਰੇ ਕਰਦਿਆਂ ਆਪਣਾ ਇਸ਼ਨਾਨ ਲਈ ਗਿਲਜਿਆਂ ਦੇ ਲਹੂ ਨਾਲ ਕਰ ਲਿਆ ਸੀ। ਇੰਨੇ ਨੂੰ ਹੋਰ ਸਿੰਘ ਵੀ ਆ ਗਏ ਤੇ ਗਿਲਜਿਆਂ ਦੀ ਪਹਿਲੀ ਟੁਕੜੀ ਦੇ ਢੇਰ ਹੁੰਦਿਆਂ ਦੇਰ ਨਾ ਲੱਗੀ। ਅਕਾਲ ਬੁੰਗੇ ਤੋਂ ਰਾਗੀ ਸਿੰਘਾਂ ਦੇ ਸ਼ਬਦ ਪੜਨ ਦੀ ਆਵਾਜ਼ ਆ ਰਹੀ ਸੀ। ਪੈਰ ਅਗਾਂਹ ਨੂੰ ਹੀ ਜਾਏ ਖਾਲਸਾ ਜੀ। ਜੰਗ ਦੇ ਮੈਦਾਨ ਵਿੱਚ ਇੱਕ ਕਦਮ ਵੀ ਪਿਛਾਂਹ ਕਰਿਆ ਸੂਰਮੇ ਦੀ ਇੱਜ਼ਤ ਘਟਦੀ ਹੈ। ਬਾਬਾ ਗੁਰਬਖਸ਼ ਸਿੰਘ ਨੇ ਸਭ ਸਿੰਘਾਂ ਨੂੰ ਸੁਣਾਉਂਦਿਆਂ ਕਿਹਾ। ਬਾਬਾ ਜੀ ਦੇ ਬੋਲ ਸੁਣਦਿਆਂ ਸਿੰਘ ਇੰਜ ਗਿਲਜਿਆਂ ਤੇ ਟੁੱਟ ਕੇ ਪਏ ਜਿਵੇਂ ਸ਼ੇਰ ਹਿਰਨਾਂ ਦੀ ਡਾਰ ਤੇ ਪੈਂਦਾ ਹੈ। ਸੇਵਾ ਖੱਟੋ ਖਾਲਸਾ ਜੀ, ਸੇਵਾ ਖੱਟੋ। ਇਹਨਾਂ ਵਿਚਾਰਿਆਂ ਨੂੰ ਹੂਰਾਂ ਦੀਆਂ ਸੇਜਾਂ ਮਾਨਣ ਦੀ ਬਹੁਤ ਕਾਹਲ ਹੈ। ਇਹਨਾਂ ਦੀ ਇੱਛਾ ਪੂਰੀ ਕਰੋ। ਅਫਗਾਨਾਂ ਦੇ ਸਿਰ ਲਾਹੁੰਦਾ ਹੋਇਆ ਇੱਕ ਸਿੰਘ ਬੋਲਿਆ। ਤਦੋਂ ਹੀ ਇੱਕ ਅਲੌਕਿਕ ਵਰਤਾਰਾ ਵਾਪਰਿਆ ਤੇ ਇੱਕ ਨੌਜਵਾਨ ਸਰਵਾਲੇ ਸਿੰਘ ਨੇ ਸੱਚਮੁੱਚ ਹੂਰਾਂ ਉੱਡਦੀਆਂ ਦੇਖੀਆਂ, ਪਰ ਉਹ ਮੁਗਲਾਂ ਨਾਲੋਂ
ਵੱਧ ਸਿੰਘਾਂ ਵੱਲ ਧਿਆਨ ਦੇ ਰਹੀਆਂ ਸਨ। ਇੱਕ ਸਿੰਘ ਕੋਲ ਆ ਕੇ ਕਿਸੇ ਹੋਰ ਨੇ ਕੋਈ ਬੋਲ ਬੋਲੇ ਤਾਂ ਉਹ ਹੱਸਦਾ ਹੋਇਆ ਬੋਲਿਆ, ਇਹੋ ਜਿਹੇ ਲਾਲਚ ਤਿਆਗ ਕੇ ਹੀ ਤਾਂ ਅਸੀਂ ਸਿੱਖਾਂ ਦੇ ਘਰੀ ਜਨਮ ਲਿਆ ਸੀ ਬੀਬੀ। ਸਵਰਗਾਂ ਦੀ, ਹੂਰਾਂ ਦੀ ਤੇ ਸੁੱਖ ਸਹੂਲਤਾਂ ਦੀ ਇੱਛਾ ਤਾਂ ਸਾਡੀ ਪਿਛਲੇ ਕਿਸੇ ਜਨਮ ਵਿੱਚ ਹੀ ਜਾਂਦੀ ਰਹੀ ਸੀ। ਸੋ ਤੁਸੀਂ ਤਾਂ ਆਪਣੇ ਡਿੱਗ ਰਹੇ ਯੋਧਿਆਂ ਨੂੰ ਬੋਚੋ। ਕਿਹਦੇ ਨਾਲ ਗੱਲਾਂ ਕਰੀ ਜਾਣਾ ਸਿੰਘਾ? ਇੱਕ ਬਜ਼ੁਰਗ ਨੇ ਉਸ ਸਿੰਘ ਨੂੰ ਪੁੱਛਿਆ। ਕੁਛ ਨਹੀਂ ਬਾਬਾ ਜੀ, ਆ ਇੱਕ ਹੂਰ ਪਰੀ ਆਈ ਹੈ ਸਵਰਗਾਂ ਤੋਂ, ਕਹਿੰਦੀ ਮੇਰੇ ਨਾਲ ਚੱਲ, ਮੇਰੀ ਸੇਜ ਤੈਨੂੰ ਉਡੀਕ ਰਹੀ ਹੈ। ਇਹਨੂੰ ਦੱਸਦਾ ਕਿ ਸਾਡੀ ਦੌੜ ਤਾਂ ਕੁਝ ਹੋਰ ਹੈ ਬੀਬੀ। ਹੱਸਦਾ ਹੋਇਆ ਸਿੰਘ ਬੋਲਿਆ, ਸਾਡੀ ਜੇ ਕੋਈ ਇੱਛਾ ਹੈ ਤਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸੀਸ ਭੇਟ ਕਰਨ ਦੀ ਹੈ। ਸਾਨੂੰ ਜੇ ਕੋਈ ਲਾਲਚ ਹੈ ਤਾਂ ਸਿੱਖ ਘਰਾਂ ਵਿੱਚ ਮੁੜ ਜਨਮ ਲੈਣ ਦਾ ਹੈ। ਅਸੀਂ ਖਾਲਸਾ ਜੀ ਮੁੜ ਜਨਮ ਲੈ ਕੇ ਪਾਤਸ਼ਾਹੀਆਂ ਭੋਗਣੀਆਂ ਹਨ। ਬਾਬਾ ਗੁਰਬਖਸ਼ ਸਿੰਘ ਬੋਲੇ, ਸਾਡੀ ਹਰ ਇੱਛਾ ਤਾਂ ਤੁਹਾਡੇ ਨਾਲ ਹੀ ਹੈ ਬਾਬਾ ਜੀ। ਤੁਸੀਂ ਮਹਾਰਾਜ ਦੇ ਚਰਨਾਂ ਵਿੱਚ ਟਿਕ ਗਏ ਤਾਂ ਅਸੀਂ ਵੀ ਉੱਥੇ ਹੀ ਟਿਕ ਜਾਵਾਂਗੇ। ਤੁਸੀਂ ਜੇ ਪਾਤਸ਼ਾਹ ਬਣ ਕੇ ਮੁੜ ਜਨਮੇ ਤਾਂ ਅਸੀਂ ਵੀ ਤੁਹਾਡੇ ਨਾਲ ਹੀ ਜਨਮ ਲਵਾਂਗੇ। ਹੂਰ ਨਾਲ ਗੱਲਾਂ ਕਰਨ ਵਾਲਾ ਸਿੰਘ ਬੋਲਿਆ, ਸਾਡੀ ਇਹ ਇੱਛਾ ਸਤਿਗੁਰੂ ਜ਼ਰੂਰ ਪੂਰੀ ਕਰਨਗੇ ਸਿੰਘੋ। ਅਨੰਦਪੁਰ ਸਾਹਿਬ ਨੂੰ ਚੇਤਿਆਂ ਵਿੱਚ ਧਿਆਓ, ਬਾਬਾ ਬੰਦਾ ਸਿੰਘ ਨੂੰ ਯਾਦ ਕਰੋ ਤੇ ਕਾਬਲ ਦੇ ਵਿਹੜਿਆਂ ਵਿੱਚ 70 ਵਿਛਾ ਦਿਓ। ਮੁਗਲਾਂ ਦੀਆਂ ਬੰਦੂਕਾਂ ਗੱਜਣ ਲੱਗੀਆਂ, ਗੋਲੀਆਂ ਦੀਆਂ ਛਲਕਾਂ ਸਿੰਘਾਂ ਵੱਲ ਆਉਣ ਲੱਗੀਆਂ। ਗਿਲਜਿਆਂ ਨੇ ਮੂੰਹ ਢਾਲਾਂ ਓਲੇ ਕਰ ਲਏ, ਸਿੰਘਾਂ ਨੇ ਢਾਲਾਂ ਪਰੇ ਵਗਾ ਮਾਰੀਆਂ। ਐਵੇਂ ਵਾਧੂ ਭਾਰ ਇਕਾਗਰਤਾ ਭੰਗ ਕਰਦਾ ਹੈ। ਇੱਕ ਸਿੰਘ ਢਾਲ ਸੁੱਟਦਾ ਹੋਇਆ ਬੋਲਿਆ, ਸਨਮੁਖ ਜੂਝਣਾ ਤਾਂ ਫਿਰ ਇਹੋ ਹੁੰਦਾ ਹੈ। ਬਾਬਾ ਗੁਰਬਖਸ਼ ਸਿੰਘ ਹੁਣ ਆਪ ਮੈਦਾਨੇ ਜੰਗ ਵਿੱਚ ਆਣ ਲੱਥੇ ਸਨ। ਬਾਬਾ ਜੀ ਨੇ ਤਲਵਾਰ ਦਾ ਇੱਕ ਐਸਾ ਭਰਵਾਂ ਵਾਰ ਕੀਤਾ ਕਿ ਇੱਕ ਮੁਗਲ ਫੌਜਦਾਰ ਦੀ ਦੇਹ ਸਣੇ ਸੰਜੋ ਕੱਟੀ ਗਈ। ਦੂਜਾ ਘੋੜਸਵਾਰ ਆਇਆ ਤਾਂ ਬਾਬਾ ਜੀ ਨੇ ਅਗਲੇ ਵਾਰ ਵਿੱਚ ਉਸ ਦੀ ਧੜ ਸਿਰ ਵਿਉਣ ਕਰ ਦਿੱਤੀ। ਹਜੇ ਪਹਿਲੀ ਲਾਮ ਦਾ ਪਾਠ ਹੋਇਆ ਹੈ ਸਿੰਘੋ, ਦੇਹਾਂ ਨੂੰ ਚਮਕੌਰ ਚੇਤੇ ਕਰਵਾਓ ਤੇ ਆਓ 3 ਪ੍ਰਕਰਮਾਂ ਹੋਰ ਲਈਏ। ਬਾਬਾ ਜੀ ਨੇ ਦੂਜੀ ਪ੍ਰਕਰਮਾ ਸ਼ੁਰੂ ਕੀਤੀ ਤੇ ਯਾਦ ਰੱਖਿਓ ਕਿਹਾ, ਸੂਰਮਿਓ, ਜੰਗ ਦੇ ਮੈਦਾਨ ਵਿੱਚ ਯੋਧੇ ਲਈ ਅੱਖ ਝਪਕਣ ਦੀ ਵੀ ਮਨਾਹੀ ਹੈ। ਮਤਾ ਜਦੋਂ ਹੀ ਤੁਸੀਂ ਅੱਖ ਝਪਕੋ ਤੇ ਉਦੋਂ ਹੀ ਦੁਸ਼ਮਣ ਦਾ ਵਾਰ ਤੁਹਾਡਾ ਸਿਰ ਲਾ ਦੇਵੇ। ਮੁੜ ਕੇ ਅਗਲੇ ਕਹਿੰਦੇ ਫਿਰਨ ਕਿ ਤਲਵਾਰ ਆਉਂਦੀ ਦੇ ਕੇ ਸਿੱਖ ਨੇ ਅੱਖਾਂ ਮੀਚ ਲਈਆਂ ਸਨ। ਅਫਗਾਨਾਂ 'ਚ ਇੰਨੀ ਤਾਕਤ ਕਿੱਥੇ ਕਿ ਸਿੰਘਾਂ ਦੇ ਸਿਦਕਾ ਅੱਗੇ ਟਿਕ ਜਾਣ। ਹੂਰਾਂ ਦੇ ਲਾਲਚੀ ਤੁਰਕ ਬਾਬਾ ਫਤਿਹ ਸਿੰਘ ਜੀ ਕੇ ਜਥੇ ਦੇ ਸਿੰਘਾਂ ਦੀ ਹਵਾ ਨੂੰ ਵੀ ਨਹੀਂ ਛੂਹ ਸਕਦੇ। ਨਿਹੰਗ ਗੁਰਬਖਸ਼ ਸਿੰਘ ਨੇ ਬਾਬਾ ਫਤਿਹ ਸਿੰਘ ਜੀ ਨੂੰ ਚੇਤੇ ਕੀਤਾ ਤੇ ਤੀਜੀ ਪ੍ਰਕਰਮਾ ਸ਼ੁਰੂ ਕੀਤੀ। ਹੁਣ ਤੱਕ ਪ੍ਰਕਰਮਾ ਮੁਗਲਾਂ ਦੀਆਂ ਲਾਸ਼ਾਂ ਨਾਲ ਭਰ ਚੁੱਕੀ ਸੀ। ਕਈ ਸਿੰਘ ਸ਼ਹਾਦਤ ਪਾ ਗਏ ਸਨ ਤੇ ਬਾਕੀ ਦੀਆਂ ਦੇਹਾਂ 'ਚੋਂ ਲਹੂ ਪਰਨਾਲਿਆਂ ਵਾਂਗ ਵਹਿ ਰਿਹਾ ਸੀ। ਆਉਣ ਵਾਲੀਆਂ ਨਸਲਾਂ ਇਸ ਪ੍ਰਕਰਮਾ ਨੂੰ ਸੀਸ ਨਿਵਾਇਆ ਕਰਨਗੀਆਂ ਖਾਲਸਾ ਜੀ। ਪ੍ਰਕਰਮਾ ਦੇ ਜ਼ਰਰੇ ਨੂੰ ਮੱਥੇ ਟੇਕਿਆ ਕਰਨਗੇ, ਕਿਉਂਕਿ ਇੱਥੇ ਸੂਰਮਿਆਂ ਦੀ ਰੱਤ ਡੁੱਲੀ ਹੈ। ਸਾਡੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਲੜੀ ਜਾ ਰਹੀ ਹੈ ਜੰਗ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਬਣੇਗੀ। ਆਉਣ ਵਾਲੇ ਸਮੇਂ ਵਿੱਚ ਜੇ ਕੋਈ ਹਾਕਮ ਜਾਂ ਵਜ਼ੀਰ ਆਜ਼ਮ ਦਰਬਾਰ ਸਾਹਿਬ ਵੱਲ ਕਹਿਰੀ ਅੱਖ ਨਾਲ ਦੇਖਿਆ ਕਰੇਗਾ ਤਾਂ ਖਾਲਸਾ ਉਸ ਦੀ ਉਹ ਅੱਖ ਭੰਨਦਾ ਰਹੇਗਾ। ਪ੍ਰਕਰਮਾਂ ਦੀ ਪਵਿੱਤਰਤਾ ਲਈ ਰਹਿੰਦੀ ਦੁਨੀਆ ਤੀਕ ਸਿੰਘ ਜਕਾਰੇ ਛੱਕ ਕੇ ਕੁਰਬਾਨੀਆਂ ਕਰਦੇ ਰਹਿਣਗੇ। ਬਾਕੀ ਬਚੇ ਸਿੰਘਾਂ ਨੂੰ ਇਹ ਕਹਿੰਦਿਆਂ ਨਿਹੰਗ ਸੂਰਮੇ ਨੇ ਚੌਥੀ ਪ੍ਰਕਰਮਾ ਸ਼ੁਰੂ ਕੀਤੀ। ਅਕਾਲ ਬੁੰਗੇ ਦੇ ਵਿਹੜੇ ਵਿੱਚ ਆਉਂਦੇ ਹੋਰ ਕੁਝ ਸਿੰਘ ਵੀ ਸ਼ਹੀਦ ਹੋ ਗਏ। ਬਰਾਤ ਵਿੱਚੋਂ ਹੌਲੀ ਸਿੰਘ ਪ੍ਰਵਾਨ ਹੁੰਦੇ ਜਾ ਰਹੇ ਸਨ। ਨਿਹੰਗ ਸਿੰਘ ਲਾਚੀ ਬੇਰ ਵੱਲ ਵਧੇ। ਅਫਗਾਨ ਸਿਪਾਹੀ ਪਿਛਾਂਹ ਹੋ ਰਹੇ ਸਨ ਤੇ ਸਿੰਘਾਂ ਨੂੰ ਸਗੋਂ ਫਿਕਰ ਹੋ ਰਹੀ ਸੀ ਕਿ ਸ਼ਹਾਦਤ ਦੀ ਦਾਤ ਤੋਂ ਸਖਣੇ ਨਾ ਰਹਿ ਜਾਣ। ਸਾਰੀ ਬਰਾਤ ਵਿੱਚੋਂ ਜੇ ਕੋਈ ਇੱਕ ਵੀ ਸਿੰਘ ਪ੍ਰਵਾਨ ਹੋਣੋਂ ਰਹਿ ਗਿਆ ਤਾਂ ਕਾਹਦਾ ਵਿਆਹ ਸਿੰਘੋ। ਦੌੜ ਕੇ ਸ਼ਾਹੀ ਲਸ਼ਕਰ ਵਿੱਚ ਵੜ ਜਾਓ, ਪਾਰ ਬੁਲਾਓ ਤੇ ਪਾਰ ਹੋ ਜਾਓ। ਬਾਬਾ ਜੀ ਨੇ ਨਾਲ ਦੇ ਬੱਚੇ ਸਿੰਘਾਂ ਨੂੰ ਵੰਗਾਰਿਆ। ਅਫਗਾਨਾਂ ਨੇ ਬਾਬਾ ਜੀ ਤੇ ਬਾਕੀ ਸਿੰਘਾਂ ਵਿੱਚੋਂ ਆਪਣਾ ਕਾਲ ਆਉਂਦਾ ਤੱਕਿਆ। ਤੀਰਾਂ ਤੇ ਗੋਲੀਆਂ ਦੀ ਬੁਛਾਰ ਕੀਤੀ ਗਈ। ਅਣਗਿਣਤ ਤੀਰਾਂ ਤੇ ਗੋਲੀਆਂ ਨਾਲ ਬਾਬਾ ਜੀ ਦਾ ਸਰੀਰ ਛੇਕਿਆ ਗਿਆ। ਇਹ ਤਾਂ ਕੁਝ ਸਵਾਗਤ ਹੋਇਆ ਨਾ ਬਰਾਤੀਆਂ ਦਾ। ਬਾਬਾ ਜੀ ਗੋਡਿਆਂ ਭਰ ਹੁੰਦੇ ਬੋਲੇ। ਲਹੂ ਉਹਨਾਂ ਦੇ ਸਰੀਰ ਵਿੱਚੋਂ ਇੰਜ ਵਹਿ ਰਿਹਾ ਸੀ ਜਿਵੇਂ ਕਿਸੇ ਮਸ਼ਕ ਵਿੱਚ ਛੇਕ ਹੋ ਜਾਣ ਤੇ ਪਾਣੀ ਦੀਆਂ ਧਾਰਾਂ ਉਸ ਵਿੱਚੋਂ ਵਹਿੰਦੀਆਂ ਹਨ। ਬਾਬਾ ਜੀ ਰੁਕਣ ਵਾਲੇ ਤਾਂ ਨਹੀਂ ਸਨ, ਪਰ ਹੁਣ ਗਿਲਜੇ ਬਾਬਾ ਜੀ ਤੋਂ ਦੂਰ ਖਲੋਤੇ ਸਨ। ਬਾਬਾ ਜੀ ਨੇ ਸਿਰ ਪਿਛਾਂ ਕਰਕੇ ਵੀ ਨਹੀਂ ਦੇਖਿਆ ਕਿ ਕੋਈ ਸਿੰਘ ਨਾਲ ਹੈ ਕਿ ਨਹੀਂ। ਮਤਾ ਕੋਈ ਇਹ ਨਾ ਕਹੇ ਕਿ ਨਿਹੰਗ ਸਿੰਘ ਨੇ ਚੱਲਦੀ ਜੰਗ ਵਿੱਚ ਮੂੰਹ ਪਿੱਛੇ ਫੇਰ ਲਿਆ ਸੀ। ਉਹ ਅਰਦਾਸ ਕਰਦਿਆਂ ਉੱਠੇ, ਸੱਚੇ ਪਾਤਸ਼ਾਹ ਜੀਓ, ਬਿਰਧ ਬਾਣੇ ਦੀ ਲਾਜ ਰੱਖਿਓ। ਸ਼ਹਾਦਤ ਦੀ ਮੰਗ ਹੈ ਸਤਿਗੁਰੂ ਜੀਓ। ਆਪਣੇ ਬਾਲ ਦੀ ਝੋਲੀ ਵਿੱਚ ਸ਼ਹੀਦੀ ਪਾਓ। ਸਿਰ ਲੈ ਜਾਣ ਤੇ ਹੀ ਦੁਬਾਰਾ ਡਿੱਗਾ ਮੈਦਾਨ ਵਿੱਚ, ਬਸ ਇੰਨੀ ਕੁ ਤਾਕਤ ਬਖਸ਼ੋ। ਬਾਬਾ ਜੀ ਉੱਠੇ ਤੇ ਅਗਾਂਹ ਨੂੰ ਪੈਰ ਧਰਿਆ। ਗਿਲਜਿਆਂ ਦੀ ਇੱਕ ਘੋੜਸਵਾਰ ਟੁਕੜੀ ਬਾਬਾ ਜੀ ਵੱਲ ਵਧੀ। ਉਹਨਾਂ ਦੇ ਹੱਥਾਂ ਵਿੱਚ ਲੰਮੇ ਬਰਛੇ ਸਨ। ਉਹਨਾਂ ਨੇ ਬਰਛੇ ਅਗਾਂਹ ਨੂੰ ਕੀਤੇ ਤੇ ਘੋੜੇ ਬਾਬਾ ਜੀ ਵੱਲ ਦੌੜਾਏ। ਬਾਬਾ ਜੀ ਖੰਡਾ ਹੱਥ ਵਿੱਚ ਫੜੀ ਅਡੋਲ ਖਲੋਤੇ ਹਨ। ਘੋੜੇ ਨੇੜੇ ਆਏ ਤੇ 8-10 ਅਫਗਾਨ ਬਰਛੇ ਬਾਬਾ ਜੀ ਦੀ ਛਾਤੀ ਵਿੱਚ ਪਰੋਏ ਗਏ। ਬਾਬਾ ਜੀ ਗੋਡਿਆਂ ਭਾਰ ਹੋ ਗਏ, ਪਰ ਖੰਡਾ ਹੱਥੋਂ ਨਹੀਂ ਛੱਡਿਆ ਕਿ ਕਿਤੇ ਇਹ ਨਾ ਹੋਵੇ ਕਿ ਨਿਹੱਥਾ ਜਾਣ ਕੇ ਦੁਸ਼ਮਣ ਵਾਰ ਹੀ ਨਾ ਕਰਨ ਤੇ ਮੇਰੀ ਇੱਛਾ ਅਧੂਰੀ ਰਹਿ ਜਾਵੇ। ਬਾਬਾ ਜੀ ਨੇ ਖੰਡਾ ਉਤਾਂਹ ਨੂੰ ਲਹਿਰਾਇਆ ਤੇ ਬੋਲੇ, ਕਿਸੇ ਅਫਗਾਨੀ ਤਲਵਾਰ ਵਿੱਚ ਇੰਨੀ ਤਾਕਤ ਨਹੀਂ ਕਿ ਮੇਰਾ ਸਿਰ ਲਾ ਸਕੇ। ਕੀ ਤੁਹਾਡੇ ਵਿੱਚੋਂ ਕੋਈ ਐਸਾ ਯੋਧਾ ਨਹੀਂ ਜੋ ਇੱਕੋ ਵਾਰ ਵਿੱਚ ਸਿਰ ਧੜ ਤੋਂ ਵੱਖ ਕਰ ਸਕਦਾ ਹੋਏ?
ਇਹ ਕਹਿੰਦੇ ਬਾਬਾ ਜੀ ਨੇ ਉੱਠਣ ਦਾ ਯਤਨ ਕੀਤਾ, ਪਰ ਬਰਛਿਆਂ ਨੇ ਇਹ ਹੋਣ ਨਾ ਦਿੱਤਾ। ਬਾਬਾ ਜੀ ਦੀ ਦ੍ਰਿੜਤਾ ਦੇਖ ਕੇ ਕੁਝ ਗਿਲਜਿਆਂ ਨੂੰ ਆਪਣੇ ਆਪ ਤੇ ਰੰਜ ਹੋ ਰਿਹਾ ਸੀ। ਉਹਨਾਂ ਗੋਲੀਆਂ ਚਲਾਈਆਂ ਤੇ ਇੱਕ ਗਿਲਜੇ ਨੇ ਤਲਵਾਰ ਹਵਾ ਵਿੱਚ ਲਹਿਰਾਈ। ਗਿਲਜੇ ਦੇ ਵਾਰ ਨਾਲ ਬਾਬਾ ਜੀ ਦਾ ਸੀਸ ਪਰਿਕਰਮਾ ਵਿੱਚ ਡਿੱਗਾ ਤੇ ਇਸ ਜਨਮ ਦਾ ਅੰਤਮ ਮੱਥਾ ਟੇਕ ਗਿਆ। ਧੰਨ ਹੈ ਐਸੇ ਸਿੰਘ ਦਾ ਜਨਮ ਤੇ ਧੰਨ ਹੈ ਐਸਾ ਮਰਨਾ ਵੀ। ਬਾਬਾ ਜੀ ਨੂੰ ਲੈਣ ਆਏ ਸ਼ਹੀਦ ਸਿੰਘਾਂ ਵਿੱਚੋਂ ਇੱਕ ਸਿੰਘ ਬੋਲਿਆ। ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ ਸ਼ਹੀਦ ਸਿੰਘ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਬਰਾਤੀ ਸਿੰਘਾਂ ਨੂੰ ਲੈਣ ਲਈ ਆਏ। ਭਾਈ ਤਾਰੂ ਸਿੰਘ ਜੀ ਵੀ ਉਹਨਾਂ ਦੇ ਨਾਲ ਹਨ। ਉਹਨਾਂ ਦੇ ਉੱਡਣੇ ਘੋੜੇ ਤੇ ਪਾਲਕੀਆਂ ਬਹੁਤ ਸਜਾਏ ਹੋਏ ਹਨ। ਨਿਸ਼ਾਨ ਨਗਾਰੇ ਸ਼ਹੀਦਾਂ ਦੇ ਘੋੜਿਆਂ ਤੇ ਮੜੇ ਹੋਏ ਹਨ। ਸਾਰੇ ਸਿੰਘ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਹਨਾਂ ਦੇ ਚਿਹਰਿਆਂ ਤੇ ਇੰਨਾ ਚਾਅ ਕਿਉਂ ਹੈ? ਸ਼ਹੀਦ ਹੋਏ 30 ਸਿੰਘਾਂ ਵੱਲ ਦੇਖ ਕੇ ਇੱਕ ਮੁਗਲ ਪਠਾਨ ਆਪਣੇ ਫੌਜਦਾਰ ਨੂੰ ਪੁੱਛਦਾ ਹੈ, ਕੰਡਿਆਂ ਦੀ ਬਹੁ ਗਿਣਤੀ ਵੀ ਕਦੇ ਗੁਲਾਬਾਂ ਦੀ ਖੁਸ਼ਬੂ ਨਹੀਂ ਖੋ ਸਕਦੀ। ਵੱਡੀ ਸੂਰਮਤਾਈ ਦਾ ਕੰਮ ਹੈ ਇੰਨੇ ਕੰਡਿਆਂ ਵਿੱਚ ਦੀ ਵੀ ਮੁਸਕਰਾਉਂਦੇ ਹੋਏ ਸੂਹੀ ਭਾ ਮਾਰਦਿਆਂ ਖਿਲ ਜਾਣਾ। ਫਰੇਬੀ ਹੈ ਉਹ ਗੁਲਾਬ ਜਿਸ ਦੇ ਦੁਆਲੇ ਕੰਡੇ ਨਾ ਹੋਣ। ਮੰਨ ਲਓ ਕਿਸੇ ਸੰਤ ਨੇ ਮਾਰਫਤ ਦੇ ਬਾਜ਼ਾਰ ਵਿੱਚ ਇਬਾਦਤਾਂ ਵੇਚ ਕੇ ਕਰਾਮਾਤਾਂ ਖਰੀਦ ਲਈਆਂ ਹਨ। ਇਹ ਸ਼ਹਾਦਤਾਂ ਦਾ ਚਾਅ ਹੈ, ਸੂਰਮਿਆਂ ਨੂੰ ਨਸੀਬ ਹੁੰਦਾ ਹੈ। ਫੌਜਦਾਰ ਤੋਂ ਪਹਿਲਾਂ ਹੀ ਕਾਜ਼ੀ ਨੂਰ ਮੁਹੰਮਦ ਬੋਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।